ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ। ਮੈਂ ਹਾਂ ਦਿਵਿਆਨੀ। ਅੱਜ ਦੀ ਵੱਡੀ ਖਬਰ ਵੱਲ ਰੁਖ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ, ਜੋ ਕਿ ਫਗਵਾੜੇ ਦੀ ਦਾਣਾ ਮੰਡੀ ਵਿਖੇ ਰੈਲੀ ਕਰਨ ਪੁੱਜੇ ਅਤੇ ਉੱਥੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਇਸ ਵਾਰ ਜੋ ਕਿਹਾ ਜਾਏਗਾ ਉਸ ਨੂੰ ਪੂਰਾ ਕੀਤਾ ਜਾਏਗਾ। ਇੰਨਾ ਹੀ ਨਹੀਂ, ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ 5000 ਵਾਅਦਿਆਂ ਦਾ ਮੈਨੀਫੈਸਟੋ ਨਹੀਂ ਬਣਾਇਆ ਜਾਏਗਾ, ਬਲਕਿ ਬਾਬਾ ਨਾਨਕ ਦੇ ਤਕੜੀ ਵਾਂਗ 13 ਪੁਆਇੰਟਸ ਦਾ ਏਜੰਡਾ ਬਣਾਇਆ ਜਾਏਗਾ, ਜੋ ਕਿ ਸਿਰਫ ਗਰੀਬ, ਮਜ਼ਦੂਰ ਅਤੇ ਕਿਸਾਨਾਂ ਨੂੰ ਤੋਲੇਗਾ ਅਤੇ 1% ਵੀ ਅਮੀਰਾਂ ਨੂੰ ਨਹੀਂ ਤੋਲੇਗਾ। ਮੈਂ ਨਵਜੋਤ ਸਿੰਘ ਸਿੱਧੂ ਤੁਹਾਨੂੰ ਇੱਕੋ ਹੀ ਗੱਲ ਕਹਿਣ ਆਇਆ ਔਰ ਮੈਂ ਤੁਹਾਨੂੰ ਜ਼ਬਾਨ ਦੇਣ ਆਇਆ ਕਿ ਐਤਕੀ ਜੋ ਮੈਂ ਕਹੂੰਗਾ ਉਹ ਪੱਥਰ ਦੇ ਉੱਤੇ ਲਕੀਰ ਹੋਊਗੀ। ਐਤਕੀ 5000 ਵਾਅਦਿਆਂ ਦਾ ਮੈਨੀਫੈਸਟੋ ਨਹੀਂ ਬਣੇਗਾ। ਐਤਕੀ ਬਾਬਾ ਨਾਨਕ ਦੇ ਹੱਟ ਸਾਹਿਬ ਗੁਰਦੁਆਰੇ ਦੇ ਉੱਤੇ ਜਿੱਥੇ ਉਹਨੇ 13 ਤੋਲਿਆ ਸੀ, 13 ਪੁਆਇੰਟ ਦਾ ਏਜੰਡਾ ਬਣੇਗਾ, ਜਿਹੜਾ ਸਿਰਫ ਗਰੀਬ, ਮਜ਼ਦੂਰ ਔਰ ਕਿਸਾਨ ਨੂੰ ਤੋਲੇਗਾ ਔਰ ਅਮੀਰਾਂ ਨੂੰ 1% ਅਮੀਰਾਂ ਨੂੰ ਨਹੀਂ ਤੋਲੇਗਾ। ਸਰਦਾਰ ਨਵਜੋਤ ਸਿੰਘ ਸਿੱਧੂ, ਸਰਦਾਰ ਨਵਜੋਤ ਸਿੰਘ ਸਿੱਧੂ, ਸੱਚ ਦੀ ਆਵਾਜ਼ ਨਵਜੋਤ ਸਿੰਘ ਸਿੱਧੂ, ਪੰਜਾਬ ਦੀ ਆਵਾਜ਼ ਨਵਜੋਤ ਸਿੰਘ ਸਿੱਧੂ। ਜੇ ਝੂਠ ਬੋਲ ਕੇ ਸਰਕਾਰ ਬਣਾਉਣੀ ਹੈ, ਜੇ ਲੋਲੀਪੌਪ ਦੇ ਕੇ ਸਰਕਾਰ ਬਣਾਉਣੀ ਹੈ, ਜੇ ਲਾਰੇ ਲੱਪੇ ਲਾ ਕੇ ਸਰਕਾਰ ਬਣਾਉਣੀ ਹੈ ਤੇ ਸਿੱਧੂ ਹੈ ਨਹੀਂ। ਤੇ ਜੇ ਕਾਂਗਰਸ ਪਾਰਟੀ ਇਹ ਕਹਿੰਦੀ ਹੈ ਕਿ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨ ਦੇ ਵਾਸਤੇ ਸਰਕਾਰ ਬਣਾਉਣੀ ਹੈ ਤੇ ਸਿੱਧੂ ਨੂੰ ਨੀਹਾਂ ਦੇ ਵਿੱਚ ਚਿਣ ਦਿਓ। ਸਿੱਧੂ ਤੁਹਾਡੀ ਅਰਦਲ ਕਰਦਾ ਸਿੱਧੂ ਤੁਹਾਡੀ ਸੇਵਾ ਕਰਦਾ ਸਾਰੀ ਉਮਰ ਬਿਤਾ ਦੇਗਾ। ਯਾਦ ਹੈ ਨਵਜੋਤ ਸਿੰਘ ਸਿੱਧੂ। ਨਾਲ ਹੀ ਉਹਨਾਂ ਨੇ ਪੰਜਾਬ ਦੇ ਕਰਜ਼ੇ ਅਤੇ ਟੈਕਸ ਦੀ ਗੱਲ ਕਰਦਿਆਂ ਕਿਹਾ ਕਿ ਜੋ ਤੁਹਾਡੇ ਨਾਲ ਝੂਠੇ ਵਾਅਦੇ ਕਰਕੇ ਜਾਂਦੇ ਨੇ, ਉਹਨਾਂ ਨੂੰ ਪੁੱਛੋ ਕਿ ਪੈਸੇ ਕਿੱਥੋਂ ਆਉਣਗੇ। ਤੇ ਇਹ ਵੀ ਕਿਹਾ ਕਿ ਇਸ ਵਾਰ ਵੋਟ ਆਪਣੇ ਆਉਣ ਵਾਲੀ ਪੀੜ੍ਹੀ ਦੇ ਲਈ ਪਾਇਓ, ਪੰਜਾਬ ਦੀ ਨੌਜਵਾਨ ਅਤੇ ਪੰਜਾਬ ਦੇ ਭਵਿੱਖ ਲਈ ਪਾਇਓ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਪੰਜਾਬ ਵਿੱਚ ਮਾਫੀਆ ਰਾਜ ਨੂੰ ਖਤਮ ਕੀਤਾ ਜਾਏਗਾ। ਇਸ ਦੀ ਕੋਸ਼ਿਸ਼ ਉਹਨਾਂ ਵੱਲੋਂ ਸਭ ਤੋਂ ਪ੍ਰਥਮ ਕਰੀ ਜਾਏਗੀ। 1,40,000 ਕਰੋੜ ਰੁਪਏ ਦੇ ਖਰਚੇ ਆ ਵੀਰੋ ਪੰਜਾਬ ਦੇ। ਉਹਦੇ ਵਿੱਚੋਂ 70,000 ਕਰੋੜ ਰੁਪਈਆ ਅਸੀਂ ਮੰਗ ਕੇ ਖਾਂਦੇ ਆ। ਸੁਣ ਲਓ ਨੌਜਵਾਨੋ, ਸੁਣ ਲਓ ਧੀਓ ਭੈਣੋ, 1,40,000 ਕਰੋੜ ਰੁਪਏ ਦਾ ਖਰਚਾ ਪੰਜਾਬ ਦਾ। 75,000 ਕਰੋੜ ਰੁਪਏ ਅਸੀਂ ਮੰਗ ਕੇ ਖਾਂਦੇ ਆ, ਬੈਂਕਾਂ ਤੋਂ ਲੈ ਕੇ ਖਾਂਦੇ ਆ, ਤੇ 25,000 ਕਰੋੜ ਰੁਪਏ ਉਹਦੇ ਉੱਤੇ ਸੂਦ ਹੈ, ਜਿਹੜਾ ਕਰਜ਼ੇ ਤੋਂ ਲੈ ਕੇ ਕਰਜ਼ਾ ਲੈ ਕੇ ਉਹਦੇ ਉੱਤੇ ਸੂਦ ਹੈ। 25,000 ਕਰੋੜ ਰੁਪਏ ਤਨਖਾਹਾਂ ਨੇ ਤੇ ਜੂਨ ਦੇ ਵਿੱਚ 18,000 ਕਰੋੜ ਰੁਪਇਆ ਕੰਪਨਸੇਸ਼ਨ ਜਿਹੜੀ GST ਦੀ ਆ ਉਹ ਕੱਟ ਜਾਣੀ ਹੈ। ਪੰਜਾਬ ਦੇ ਕੋਲ ਪੈਸੇ ਕਿੱਥੋਂ ਆਉਣੇ ਆ? ਇਹ ਸਮਝ ਲਓ ਕਿ ਜਿੰਨੇ ਝੂਠੇ ਲਾਰੇ ਲਾ ਕੇ ਜਾਂਦੇ ਆ ਉਹਨਾਂ ਨੂੰ ਪੁੱਛੋ ਕਿ ਪੰਜਾਬ ਦੇ ਕੋਲ ਪੈਸੇ ਕਿੱਥੋਂ ਆਉਣੇ ਆ। ਜਦ ਤੱਕ ਤੁਸੀਂ ਇਹ ਸਵਾਲ ਨਹੀਂ ਕਰੋਗੇ ਔਰ ਝੂਠ ਵੇਚ ਕੇ ਕੋਈ ਤੁਹਾਨੂੰ ਬਹਿਲਾ ਦੂ, ਝੂਠ ਵੇਚ ਕੇ ਤੁਹਾਡੇ ਤੋਂ ਵੋਟਾਂ ਪਵਾ ਜੂ, ਤੇ ਫਿਰ ਯਾਦ ਰੱਖਣਾ ਪੰਜਾਬ ਦਾ ਉਹ ਹਾਲ ਹੋ ਜਾਣਾ ਕਿ ਪੰਜਾਬ ਰਹਿਣ ਜੋਗਾ ਨਹੀਂ ਰਹਿਣਾ। 70,000 ਕਰੋੜ ਰੁਪਏ ਦੀਆਂ ਜ਼ਮੀਨਾਂ ਵੇਚੀਆਂ। ਸਾਡੀ ਨੌਜਵਾਨੀ ਛੱਡ ਕੇ ਬਾਹਰ ਜਾਈ ਜਾਂਦੀ ਹੈ। ਤੇ ਮੈਂ ਤੁਹਾਨੂੰ ਕਹਿਣਾ, ਜੇ ਸਹੀ ਵੋਟ ਪਾਓਗੇ ਤੇ ਅਗਲਾ ਇਲੈਕਸ਼ਨ ਦੇ ਵਾਸਤੇ ਨਹੀਂ ਲੜਾਂਗੇ। ਅਗਲਾ ਇਲੈਕਸ਼ਨ ਆਪਾਂ ਆਪਣੀ ਨਵੀਂ ਪੀੜ੍ਹੀ ਵਾਸਤੇ ਲੜਾਂਗੇ, ਅਗਲੀ ਪੀੜ੍ਹੀ ਵਾਸਤੇ ਲੜਾਂਗੇ, ਬਾਹਰ ਜਾਂਦੀ ਜਵਾਨੀ ਵਾਸਤੇ ਲੜਾਂਗੇ। ਸੱਚ ਦੀ ਆਵਾਜ਼ ਨਵਜੋਤ ਸਿੰਘ ਸਿੱਧੂ, ਸੱਚ ਦੀ ਆਵਾਜ਼ ਨਵਜੋਤ ਸਿੰਘ ਸਿੱਧੂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ, ਮੈਂ ਛਾਤੀ ਠੋਕ ਕੇ ਕਹਿਣਾ ਕਿ ਜੇ ਇਹ ਮਾਫੀਆ ਰਾਜ ਪੰਜਾਬ ਦੇ ਵਿੱਚ ਖਤਮ ਹੁੰਦਾ, ਪੰਜਾਬ ਮਾਡਲ ਇਹ ਨਹੀਂ ਕਹਿੰਦਾ ਕਿ ਸੂਬੇ ਦੇ ਖਜ਼ਾਨੇ 'ਚ ਪੈਸੇ ਹੈ ਨਹੀਂ। ਪੰਜਾਬ ਮਾਡਲ ਇਹ ਕਹਿੰਦਾ ਕਿ ਜਿਹੜੇ ਚੋਰੀ ਕਰਦੇ ਆ, ਇਹਨਾਂ ਦੀਆਂ ਚੋਰੀਆਂ ਰੋਕ ਕੇ, ਇਹਨਾਂ ਦੀਆਂ ਜੇਬਾਂ ਪਾੜ ਕੇ, ਇਹਨਾਂ ਤੋਂ ਪੈਸੇ ਲਿਆ ਕੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਪਾ ਕੇ ਦੁੱਗਣੇ ਕਰਕੇ ਤੁਹਾਨੂੰ ਵਾਪਸ ਮੋੜਨੇ ਆ। ਜ਼ਬਾਨ ਦਿੰਦਾ ਨਵਜੋਤ ਸਿੰਘ ਸਿੱਧੂ, ਜਾਂ ਤੇ ਐਤਕੀ ਮਾਫੀਆ ਰਾਜ ਰਹੂਗਾ, ਪੰਜਾਬ ਦੇ ਨਕਸ਼ੇ ਤੋਂ ਮਿਟਾਊਗਾ, ਤੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਰਹੂਗਾ, ਦੋਨੋਂ ਚੋਂ ਇੱਕ ਰਹੂਗਾ।
ਸਿੱਧੂ ਨਾਲ ਦੀ ਨਾਲ ਇਹ ਵੀ ਕਹਿੰਦੇ ਨਜ਼ਰ ਆਏ ਕਿ ਮਹਿੰਗਾਈ ਦੇ ਉੱਤੇ ਆਵਾਜ਼ ਚੱਕਦੇ ਹੋਏ ਨਜ਼ਰ ਆਏ। ਅੱਜ ਹਰ ਚੀਜ਼ ਤੇ ਟੈਕਸ ਅਤੇ ਮਹਿੰਗਾਈ ਵੱਧ ਰਹੀ ਹੈ, ਇਹ ਕਿਹਾ ਉਹਨਾਂ ਨੇ। ਪਰ ਮਜ਼ਦੂਰ ਦੀ ਦਿਹਾੜੀ ਦਾ ਰੇਟ ਅੱਜ ਵੀ ਉਹੀ ਹੈ। ਇਸ ਵਾਰ ਗਰੀਬ ਅਤੇ ਮਜ਼ਦੂਰ ਦੇ ਹੱਕ ਦੀ ਲੜਾਈ ਹੋਏਗੀ। ਨਾਲ ਦੀ ਨਾਲ ਮਜ਼ਦੂਰ ਅਤੇ ਗਰੀਬ ਦੇ ਹੱਕ ਦੇ ਲਈ ਹੀ ਵੋਟ ਕੀਤੀ ਜਾਵੇ, ਇਹ ਅਪੀਲ ਕਰਦੇ ਨਜ਼ਰ ਆਏ ਨਵਜੋਤ ਸਿੰਘ ਸਿੱਧੂ। ਚਾਹੇ ਉਹ ਅਨਸਕਿਲਡ ਲੇਬਰ ਹੋਵੇ, ਨੰਬਰ ਦੇ ਕੇ ਦਊਂ, ਤੁਸੀਂ ਦੱਸੋ ਕਿ ਜੇ ਦਾਲ ਹੋ ਗਈ 120 ਰੁਪਏ ਨੂੰ, ਤੇ ਜੇ ਗੈਸ ਦਾ ਸਿਲੰਡਰ 400 ਤੋਂ ਹੋ ਗਿਆ 920 ਰੁਪਏ ਨੂੰ, ਤੇ ਜੇ ਪੈਟਰੋਲ ਹੋ ਗਿਆ 50 ਤੋਂ 110 ਰੁਪਏ ਦਾ, ਕੀ ਮਜ਼ਦੂਰ ਦੀ ਦਿਹਾੜੀ 250 ਤੋਂ 500 ਹੋਈ ਹੈ? ਦੱਸੋ ਦੱਸੋ ਹੋਈ ਹੈ? ਦੱਸੋ। ਜਿਹੜੇ ਦਿਹਾੜੀਦਾਰ ਨੇ, ਪੱਲੇਦਾਰ ਨੇ, ਕਿਸੇ ਨੂੰ 250 ਮਿਲਦੀ ਹੈ, ਕਿਸੇ ਨੂੰ 150 ਮਿਲਦੀ ਹੈ। ਇਹ 0.1% ਲੋਕ ਅਮੀਰ ਹੋਈ ਤੁਰੀ ਜਾਂਦੇ ਆ। ਇਹ 100 ਪਰਿਵਾਰਾਂ ਦਾ ਰਾਜ ਕਾਇਮ ਕਰਨ ਨੂੰ, ਮਾਫੀਆ ਦਾ ਰਾਜ ਕਾਇਮ ਕਰਨ ਨੂੰ ਪੰਜਾਬ 'ਚ ਵੋਟਾਂ ਨਹੀਂ ਪੈਣੀਆਂ ਐਤਕੀ। ਪੰਜਾਬ 'ਚ ਵੋਟਾਂ ਐਤਕੀ ਪੈਣੀਆਂ ਨੇ ਕਿਸਾਨ ਦੇ ਲਈ, ਗਰੀਬ ਦੇ ਲਈ, ਮਜ਼ਦੂਰ ਦੇ ਲਈ ਤੇ ਆਮ ਕਾਮੇ ਦੇ ਲਈ। ਤਾਂ ਬਣੂਗੀ ਪੰਜਾਬ ਦੀ ਸਰਕਾਰ। ਔਰ ਜਿੱਦਨ ਇੱਕ ਕਾਮੇ ਦਾ ਪੁੱਤਰ ਸਰਕਾਰੀ ਸਕੂਲ 'ਚ ਪੜ੍ਹ ਕੇ ਆਈਐਸ ਅਫਸਰ ਬਣ ਗਿਆ, ਤੇ ਜਿੱਦਨ ਇੱਕ ਰਿਕਸ਼ੇ ਵਾਲੇ ਦਾ ਬੱਚਾ ਆਪਣਾ ਕੈਂਸਰ ਦਾ ਇਲਾਜ ਸਰਕਾਰੀ ਹਸਪਤਾਲ ਦੇ ਵਿੱਚ ਕਰਾ ਲਿਆ ਜਿਹਨੇ, ਉਸ ਦਿਨ ਸਮਝੂਗਾ ਕਿ ਪੰਜਾਬ ਬਣ ਗਿਆ। ਉਸ ਦਿਨ ਸਮਝੂਗਾ ਕਿ ਪੰਜਾਬ ਬਣ ਗਿਆ। ਸੱਚ ਦੀ ਆਵਾਜ਼ ਨਵਜੋਤ ਸਿੰਘ ਸਿੱਧੂ, ਸ਼ੇਰ ਪੰਜਾਬ ਨਵਜੋਤ ਸਿੰਘ ਸਿੱਧੂ। ਇਹ ਕਰਜ਼ਾ ਜਿਹੜਾ 5 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਉੱਤੇ ਹੈ, ਇਹ ਨਾ ਸਮਝਣਾ ਕਿ ਇਹ ਸਰਕਾਰ ਵਾਪਸ ਦਿੰਦੀ ਹੈ। ਇਹ ਸਰਕਾਰ ਵਾਪਸ ਨਹੀਂ ਦਿੰਦੀ, ਇਹ ਪੰਜਾਬ ਦੇ ਲੋਕ ਵਾਪਸ ਦਿੰਦੇ ਆ। ਇਹ ਤੁਸੀਂ ਟੈਕਸਾਂ ਦੇ ਰੂਪ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਵਾਪਸ ਦਿੰਦੇ ਹੋ। ਵੀਰੋ, ਮੈਂ ਤੁਹਾਨੂੰ ਇੰਨੀ ਚੇਤਾਵਨੀ ਦੇਣ ਆਇਆ ਕਿ ਜਾਂ ਤੇ ਐਤਕੀ ਵੋਟ ਪੰਜਾਬ ਨੂੰ ਪਾ ਲਿਓ, ਜਾਂ ਤੇ ਅਗਲੀ ਪੀੜ੍ਹੀ ਨੂੰ ਪਾ ਲਿਓ, ਜਾਂ ਇਸ ਮਾਫੀਏ ਨੂੰ ਪਾ ਲਿਓ। ਮੈਂ ਇੱਕ ਗੱਲ ਦੀ ਤੁਹਾਨੂੰ ਅੱਜ ਚੇਤਾਵਨੀ ਦੇ ਰਿਹਾ ਕਿ ਜਾਂ ਤੇ ਪੰਜਾਬ ਬਚਾ ਲਿਓ ਜਾਂ ਮਾਫੀਆ ਬਚਾ ਲਿਓ, ਜਾਂ ਟਾਂਡਿਆਂ ਵਾਲੀ ਨਹੀਂ ਤੇ ਜਾਂ ਭਾਂਡਿਆਂ ਵਾਲੀ ਨਹੀਂ। ਅੱਗੇ ਗੱਲ ਕਰਦੇ ਹਾਂ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੀ। ਅੱਜ ਅਰਵਿੰਦ ਕੇਜਰੀਵਾਲ ਨੇ ਉੱਤਰ ਪ੍ਰਦੇਸ਼ ਵਿਖੇ ਰੈਲੀ ਕੀਤੀ ਅਤੇ ਉਹਨਾਂ ਨੇ ਬੀਜੇਪੀ ਸਰਕਾਰ ਦੇ ਕੰਮ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਨਾਲ ਹੀ ਉਹਨਾਂ ਨੇ ਡਾਕਟਰ ਭੀਮ ਰਾਓ ਅੰਬੇਡਕਰ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਉਹਨਾਂ ਦਾ ਸੁਪਨਾ ਸੀ ਕਿ ਭਾਰਤ ਦਾ ਹਰ ਬੱਚਾ ਚੰਗੀ ਸਿੱਖਿਆ ਹਾਸਲ ਕਰ ਪਾਏ। ਅਸੀਂ ਉਹਨਾਂ ਦਾ ਸੁਪਨਾ ਪੂਰਾ ਨਹੀਂ ਕਰ ਸਕੇ। ਨਾਲ ਹੀ ਸੀਐਮ ਕੇਜਰੀਵਾਲ ਇਹ ਵੀ ਕਹਿੰਦੇ ਨਜ਼ਰ ਆਏ ਕਿ ਮੈਂ ਕਸਮ ਖਾਦੀ ਹੈ ਕਿ ਅੰਬੇਡਕਰ ਜੀ ਦਾ ਸੁਪਨਾ ਮੈਂ ਪੂਰਾ ਕਰਕੇ ਹੀ ਦਿਖਾਵਾਂਗਾ ਅਤੇ ਭਾਰਤ ਦੇ ਹਰ ਬੱਚੇ ਨੂੰ ਚੰਗੀ ਸਿੱਖਿਆ ਦਿੱਤੀ ਜਾਏਗੀ। ਹੋਰ ਇਸ ਚੰਗੀ ਸਿੱਖਿਆ ਦੇ ਨਾਲ ਹੀ ਭਾਰਤ ਨੂੰ ਅੱਗੇ ਵਧਾਉਣ ਦੀ ਮੁਹਿੰਮ ਕੀਤੀ ਜਾਏਗੀ। बचपन से छुआछूत बर्दाश्त की, अन्याय बर्दाश्त किया। और भाई साहब, उस जमाने में अंग्रेजों के जमाने में विदेशों से 2-2 पीएचडी की डिग्री लेके आए थे, एक लंदन से और एक अमेरिका से। आज यहां इतने सारे लोग बैठे हैं, मेरे को नहीं लगता यहाँ 4 या 5 से ज्यादा होंगे जिनके बच्चे अमेरिका, लंदन में पीएचडी की डिग्री ला सकते हैं। आज के दुनिया में भी पीएचडी और लंदन से डिग्री लानी बड़ी मुश्किल है। नहीं, बहुत पैसे लगते हैं, स्कॉलरशिप आराम से नहीं मिलती, बहुत मुश्किल है पीएचडी की डिग्री लाना। उन्होंने एक नहीं 2-2 पीएचडी की डिग्री लंदन से और अमेरिका से 2-2। उस जमाने के अंदर में बीच में मैं पढ़ रहा था, लंदन में उनकी डिग्री छूट गई, पैसे खत्म हो गए, वापस आए, यहां पे पैसे कमाए, फिर अपनी डिग्री पूरी करने के लिए दोबारा लंदन गए। क्या आदमी थे यार, क्या इंसान थे। उन्होंने मास्टर्स मतलब एमए, एमएससी, आपको पता है कितनी डिग्री ली थी मास्टर्स में? 1 नहीं, 2 नहीं, 3 नहीं, 4 नहीं, 62 एमए की थी उसने। 62 विषयों के ऊपर, 62 सब्जेक्ट्स के ऊपर एमए करी थी। भारत का संविधान लिखा, ये तो सब जानते हैं। बाबा साहब का एक सपना था। बाबा साहब ये समझ गए थे कि समाज को बराबरी तभी मिलेगी जब हर बच्चा अच्छी शिक्षा पाएगा। शिक्षा पाना जरूरी है। बाबा साहब का सपना था इस देश के हर बच्चे को, चाहे वो गरीब के घर जन्मे, चाहे वो दलित के घर जन्मे, चाहे वो एससी के घर जन्मे, चाहे वो ब्राह्मण के घर जन्मे,
किसी भी बच्चा, जो इस देश में बच्चा पैदा हो, उसको अच्छी शिक्षा मिलनी चाहिए। बाबा साहब का सपना था। आज 70 साल बाद भी हम सपना पूरा नहीं कर पाए। मैंने कसम खाई है, बाबा साहब का सपना मैं पूरा करूंगा। ਅੱਗੇ ਗੱਲ ਕਰਦੇ ਹਾਂ ਕਾਂਗਰਸ ਤੋਂ ਬਦਲ ਕੇ ਆਪਣੀ ਪਾਰਟੀ ਦਾ ਰੁਖ ਝਾੜੂ ਵੱਲ ਕਰਨ ਵਾਲਿਆਂ ਦੀ। 44 ਸਾਲ ਕਾਂਗਰਸ ਵਿੱਚ ਆਪਣੀ ਸੇਵਾ ਦੇਣ ਤੋਂ ਬਾਅਦ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਕਾਂਗਰਸ ਦਾ ਹੱਥ ਛੱਡ ਝਾੜੂ ਫੜ ਲਿਆ ਗਿਆ ਹੈ। ਉੱਥੇ ਮਜੀਠੀਆ ਹਲਕੇ ਵਿੱਚ ਅਕਸਰ ਹੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਬਿਕਰਮ ਮਜੀਠੀਆ ਵਿੱਚ ਚੁਣਾਵੀ ਅਖਾੜਾ ਵੇਖਣ ਨੂੰ ਮਿਲਦਾ ਸੀਗਾ। ਲੇਕਿਨ ਇਸ ਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਅਤੇ ਉਹਨਾਂ ਦਾ ਭਰਾ ਜੱਗਾ ਮਜੀਠੀਆ ਦੋਵੇਂ ਹੀ ਚੋਣਾਂ ਵਿੱਚ ਆਮਣੇ ਸਾਹਮਣੇ ਨਜ਼ਰ ਆਉਣਗੇ ਅਤੇ ਉੱਥੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਤੁਸੀਂ ਜੰਗ ਵੇਖਣ ਵਾਲੇ ਹੋ। ਮੈਨੂੰ ਬਹੁਤ ਹੀ ਚੰਗਾ ਹੰਗਾਰਾ ਮਿਲਿਆ ਜੀ ਵਰਕਰਾਂ ਦੇ ਕੋਲੋਂ, ਔਰ ਜਿਸ ਤਰ੍ਹਾਂ ਮੈਂ ਆਸ ਕਰਦਾ ਸੀ ਉਸ ਤੋਂ ਵੀ ਜ਼ਿਆਦਾ ਬਿਹਤਰ ਰਿਸਪੌਂਸ ਮੈਨੂੰ ਜਦੋਂ ਮੈਂ ਇੱਥੇ ਆਇਆ ਤੇ ਮਿਲਿਆ। ਇਹਦੇ 'ਚ ਮੈਂ ਆਪਣੇ ਸਾਰੇ ਸਾਥੀਆਂ ਨੂੰ, ਜਿਨ੍ਹਾਂ ਨਾਲ ਮੈਂ ਲਗਭਗ ਸਲਾਹ ਮਸ਼ਵਰਾ ਕੀਤਾ, ਉਹਨਾਂ ਸਾਰਿਆਂ ਨੂੰ ਲੈ ਕੇ ਹਰ ਪਿੰਡ ਦੇ ਵਿੱਚ ਜਾਵਾਂਗੇ, ਕੋਨੇ-ਕੋਨੇ 'ਚ ਜਾਵਾਂਗੇ, ਨੁੱਕੜ ਮੀਟਿੰਗਸ ਕਰਾਂਗੇ। ਔਰ ਜੇ ਲੋਕ ਖੁਦ ਹੀ ਰਵਾਇਤੀ ਪਾਰਟੀਆਂ ਤੋਂ ਇੰਨੇ ਪਰੇਸ਼ਾਨ ਨੇ ਕਿ ਉਹਨਾਂ ਨੂੰ ਨਵਾਂ ਇੱਕ ਵਿਕਲਪ ਚਾਹੀਦਾ ਸੀ, ਔਰ ਜਿਹਦੇ 'ਚ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਹੋਏਗੀ ਇਸ ਇਲੈਕਸ਼ਨ ਦੇ ਵਿੱਚ। ਔਰ ਤੁਸੀਂ ਉਹ ਮਜੀਠੇ 'ਚ ਇਸ ਵਾਰ ਦੇਖਣ ਨੂੰ ਮਿਲੇਗੀ। ਔਰ ਤੁਸੀਂ ਦੇਖੋਗੇ ਕਿ ਮਜੀਠੇ ਦੇ ਵਿੱਚ ਜਿਹੜਾ ਆ ਐਤਕੀ ਜਿਹੜੀ ਲੜਾਈ ਆ ਉਹ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਹੋਏਗੀ, ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੜਾਈ ਨਹੀਂ ਹੋਏਗੀ। ਦੇਖੋ ਜੀ, ਸਿਆਸਤ ਦੇ ਵਿੱਚ ਜਿਹੜੇ ਸਮਾਜਿਕ ਰਿਸ਼ਤੇ ਨੇ ਜਾਂ ਪਰਿਵਾਰਕ ਰਿਸ਼ਤੇ ਨੇ, ਉਹਨਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੁੰਦੀ। ਜੇ ਉਹਨੂੰ ਕਾਂਗਰਸ ਵੱਲੋਂ ਟਿਕਟ ਮਿਲਦੀ ਆ ਛੋਟੇ ਮੇਰੇ ਬ੍ਰਦਰ ਨੂੰ, ਤੇ ਮੈਨੂੰ ਤੇ ਆਮ ਆਦਮੀ ਪਾਰਟੀ ਵੱਲੋਂ ਮਿਲਦੀ ਆ, ਤੇ ਆਮੋ ਸਾਹਮਣੇ ਫਿਰ ਭਰਾਵਾਂ ਦਾ ਮੁਕਾਬਲਾ ਹੋਵੇਗਾ ਜੀ। ਉਹਦੇ 'ਚ ਇੱਕ ਕੋਈ ਸਿਆਸੀ ਸਟੰਟ ਹੀ ਲੱਗਦਾ, ਕਿਉਂਕਿ ਉਹਦਾ ਇਹ ਸ਼ੋਅ ਕਰਨਾ ਕਿ ਉਹ ਗਾਇਬ ਹੈ, ਇਹ ਗੱਲ ਤਾਂ ਇੱਕ ਸੱਚਾਈ ਹੈ ਕਿ ਉਹ ਲੱਭ ਨਹੀਂ ਰਿਹਾ। ਪਰ ਹਰਿਮੰਦਰ ਸਾਹਿਬ, ਸੱਚਖੰਡ ਹਰਿਮੰਦਰ ਸਾਹਿਬ, ਉਹ ਜਿਹੜਾ ਨਤਮਸਤਕ ਹੋਇਆ, ਇਹ ਗੱਲ ਸਮਝੋਂ ਬਾਹਰ ਆ। ਔਰ ਜੇ ਇਹ ਇਸ ਤਰ੍ਹਾਂ ਵਾਕਿਆ ਹੀ ਹੋਇਆ ਤਾਂ ਫਿਰ ਸਰਕਾਰ ਦੇ ਕ੍ਰੈਡੈਂਸ਼ੀਅਲ ਜਿਹੜੇ ਨੇ ਉਹ ਵੀ ਡਾਊਟਫੁਲ ਹੋ ਜਾਂਦੇ। ਡੈਫੀਨੇਟਲੀ ਜੀ, ਇਹਦੇ 'ਚ ਤਾਂ ਕੋਈ ਜੋ ਕਾਨੂੰਨੀ ਤੌਰ 'ਤੇ ਬਣਦਾ ਉਹਦੇ 'ਚ ਕੋਈ ਲਿਹਾਜ਼ ਨਹੀਂ ਹੋਊਗਾ। ਉਹਨੂੰ ਕੋਈ ਕਿਸੇ ਕਿਸਮ ਦਾ ਇਹ ਨਹੀਂ ਹੋਣਾ ਕਿ ਉਹਨੂੰ ਕੋਈ ਛੋਟ ਨਹੀਂ ਮਿਲਣੀ, ਜਾਂ ਉੱਥੇ ਕੋਈ ਜਿਹੜੇ ਦੋ ਪਰਿਵਾਰ ਨੇ, ਆਮ ਆਦਮੀ ਪਾਰਟੀ ਔਰ ਦੂਸਰੀ ਸਾਈਡ 'ਤੇ ਜਿਹੜੀਆਂ ਦੋਨੋਂ ਪੋਲੀਟੀਕਲ ਪਾਰਟੀਜ਼ ਨੇ, ਦੂਜੇ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਆਪਸ ਦੇ ਵਿੱਚ ਸਮਝੌਤਾ ਨਹੀਂ ਹੋ ਸਕਦਾ। ਕੱਲ੍ਹ ਵੀ ਜਿਹੜੇ ਸਾਡੇ ਸੀਨੀਅਰ ਨੇਤਾ ਰਾਘਵ ਚੱਡਾ ਜੀ ਨੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਐਤਕੀ ਮਜੀਠੇ ਦੀ ਸੀਟ ਤੇ ਕੋਈ ਸਮਝੌਤਾ ਨਹੀਂ ਹੋਏਗਾ। ਇਹ ਗੱਲ ਉਹਨਾਂ ਕੱਲ੍ਹ ਕਲੈਰੀਫਾਈ ਕੀਤੀ ਸੀ। ਅੱਗੇ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਜੋ ਕਿ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦੇ ਲਈ ਮੇਰਠ ਪੁੱਜੇ। ਯੂਨੀਵਰਸਿਟੀ ਦੀ ਸਥਾਪਨਾ ਮੇਰਠ ਦੇ ਸਰਦਾਨਾ ਕਸਬੇ ਦੇ ਸਾਲਵਾਦ ਅਤੇ ਕੇਲੀ ਪਿੰਡ ਦੇ ਵਿੱਚ ਲਗਭਗ 700 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ, ਉਹਨਾਂ ਕਿਹਾ ਕਿ ਸਪੋਰਟਸ ਯੂਨੀਵਰਸਿਟੀ ਨੂੰ ਆਧੁਨਿਕ ਖੇਡ ਬੁਨਿਆਦੀ ਢਾਂਚੇ ਦੇ ਨਾਲ ਲੈਸ ਕੀਤਾ ਜਾਏਗਾ। ਇਸ ਵਿੱਚ ਇੱਕ ਸਿੰਥੈਟਿਕ ਹਾਕੀ ਗਰਾਊਂਡ, ਫੁੱਟਬਾਲ ਗਰਾਊਂਡ ਸ਼ਾਮਿਲ ਹੋਏਗਾ। ਉਹਨਾਂ ਇਹ ਵੀ ਕਿਹਾ ਕਿ ਯੋਗੀ ਸਰਕਾਰ ਦੀ ਤਾਰੀਫ ਕਰਦੇ ਹੋਏ ਹੋਰ ਵੀ ਕਾਫੀ ਕੁਝ ਗੱਲਾਂ ਕਹਿੰਦੇ ਨਜ਼ਰ ਆਏ। ਆਓ ਵਿਖਾਉਂਦੇ ਹਾਂ। मैं उत्तर प्रदेश के नौजवानों को यूपी की पहली स्पोर्ट्स यूनिवर्सिटी के लिए बहुत बहुत बधाई देता हूं। 700 करोड़ रुपए की लागत से बनने वाली ये आधुनिक यूनिवर्सिटी दुनिया की श्रेष्ठ स्पोर्ट्स यूनिवर्सिटी में से एक होगी। यहां युवाओं को खेलों से जुड़ी अंतर्राष्ट्रीय सुविधाएं भी तो मिलेगी। ये एक करियर के रूप में स्पोर्ट्स को अपनाने के लिए जरूरी स्किल्स का निर्माण करेगी। यहां से हर साल 1000 से अधिक बेटे बेटियां बेहतरीन खिलाड़ी बनकर निकलेंगे। यानी क्रांतिवीरों की नगरी, खेल वीरों की नगरी के रूप में भी अपनी पहचान को
और सशक्त करेगी। साथियों, पहले की सरकारों से यूपी में, जब पहलों की सरकारें थी तब यूपी में अपराधी अपना खेल खेलते थे और पहले की सरकार अपने खेल में लगी रहती थी। पहले की सरकारों के खेल का ही नतीजा था कि लोग अपना पुश्तैनी घर छोड़कर पलायन के लिए मजबूर हो गए थे। ਅੱਗੇ ਗੱਲ ਕਰਦੇ ਹਾਂ ਸਿਮਰਜੀਤ ਸਿੰਘ ਬੈਂਸ ਦੀ, ਜਿਨ੍ਹਾਂ ਨੇ ਕਿਹਾ ਕਿ ਅੱਗੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ 2022 ਦੀ ਵਿਧਾਨ ਸਭਾ ਦੀ ਚਾਬੀ ਲੋਕ ਇਨਸਾਫ ਪਾਰਟੀ ਦੇ ਹੱਥ ਵਿੱਚ ਹੈ। ਨਾਲ ਦੀ ਨਾਲ ਨਰਿੰਦਰ ਮੋਦੀ ਜੀ ਨੂੰ ਲੈ ਕੇ ਵੀ ਉਹ ਕਾਫੀ ਕੁਝ ਕਹਿੰਦੇ ਨਜ਼ਰ ਆਏ। ਕੀ ਕੁਝ ਬਿਆਨ ਜਾਰੀ ਕੀਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਲੋਕ ਇਨਸਾਫ ਪਾਰਟੀ ਜਿਹੜੀ ਸਿਧਾਂਤਵਾਦੀ ਪਾਰਟੀ ਹੈ, ਜਿਹਦਾ ਸਿਧਾਂਤ ਹੈਗਾ ਪੰਜਾਬ ਦੇ ਵਿੱਚੋਂ ਕਰਪਸ਼ਨ ਤੇ ਲੁੱਟ ਮਾਫੀਆ ਉਹ ਖਤਮ ਕਰਨਾ, ਉਹਦੇ ਵਾਸਤੇ ਚਾਹੇ ਜੇਲ੍ਹਾਂ ਕੱਟਣੀਆਂ ਪਈਆਂ, ਚਾਹੇ ਮੁਕੱਦਮੇ ਸਹਿਣੇ ਪਏ, ਤੇ ਲੋਕਾਂ ਦੀ ਸਪੋਰਟ ਤੇ ਸਾਥ ਇਹ ਤਾਂ ਅੱਜ ਤੁਹਾਡੇ ਸਾਹਮਣੇ ਹੈਗਾ। ਸੋ ਗਿੱਲ ਹਲਕੇ ਤੋਂ ਸਤਿਕਾਰਯੋਗ ਐਡੀ ਵੱਡੀ ਸੰਗਤ ਦਾ ਪਹੁੰਚਣਾ ਇਹ ਇਸ ਗੱਲ ਦੀ ਸ਼ਾਦੀ ਭਰਦਾ, ਇਸ ਗੱਲ ਦਾ ਸੰਕੇਤ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 2022 ਦੀ ਅਸੈਂਬਲੀ ਇਲੈਕਸ਼ਨ ਆ, ਵਿਧਾਨ ਸਭਾ ਦੇ ਦਰਵਾਜ਼ੇ ਦੀ ਚਾਬੀ ਲੋਕ ਇਨਸਾਫ ਪਾਰਟੀ ਦੇ ਕੋਲੇ ਹੋਊਗੀ। ਇਸ ਵਾਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਨਰਿੰਦਰ ਮੋਦੀ ਬੀਜੇਪੀ ਐਂਡ ਆਰਐਸਐਸ 1996 ਤੋਂ ਲਗਾਤਾਰ 2021 ਤੱਕ ਅਕਾਲੀ ਦਲ ਦੇ ਸੰਪਰਕ ਦੇ ਵਿੱਚ, ਗੱਠਜੋੜ ਦੇ ਵਿੱਚ ਆ। ਇਹ 24-25 ਸਾਲ ਦੇ ਅਰਸੇ 'ਚ ਪੰਜਾਬ ਤੇ ਪੰਜਾਬੀਆਂ ਨੂੰ ਕੁਝ ਨਹੀਂ ਦਿੱਤਾ। ਬਾਦਲਾਂ ਨੂੰ ਬੁਰਕੀ ਪਾ ਦਿੱਤੀ, ਬਾਦਲਾਂ ਦੇ ਘਰ ਕੋਠੇ ਭਰ ਦਿੱਤੇ ਤੇ ਧਰੋ ਕਮਾਇਆ ਪੰਜਾਬ ਦੇ ਲੋਕਾਂ ਦੇ ਨਾਲ ਤੇ ਸੂਬਾ ਪੰਜਾਬ ਦੇ ਨਾਲ। ਸੋ ਅਸੀਂ ਇਹ ਡਿਮਾਂਡ ਕਰਦੇ ਹਾਂ, ਮੰਗ ਆ ਸਾਡੀ ਕਿ ਪੰਜਾਬ ਦੀਆਂ ਹੱਕੀ ਮੰਗਾਂ, ਚਾਹੇ ਉਹ ਕਰਜ਼ਾ ਕਿਸਾਨ ਦਾ ਤੇ ਚਾਹੇ ਸੂਬੇ ਦਾ, ਚਾਹੇ ਉਹ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੈ, ਚਾਹੇ ਬੇਕਸੂਰ ਲੋਕ ਜਿਹੜੇ ਜੇਲ੍ਹਾਂ 'ਚ ਬੈਠੇ ਉਹਨਾਂ ਨੂੰ ਛੱਡਣ ਦੀ ਗੱਲ ਆ, ਇਹ ਸਾਰੀਆਂ ਗੱਲਾਂ ਦੇ ਉੱਤੇ ਨਰਿੰਦਰ ਮੋਦੀ ਲਕੀਰ ਮਾਰ ਕੇ ਜਾਣ। ਜੇ ਕਿਸਾਨ ਚੋਣਾਂ ਲੜਨਗੇ ਤਾਂ ਆਪਣੀ ਸੀਟ ਛੱਡ ਦਾਂਗਾ ਜੀ। ਆ ਜਾਣ, ਮੈਂ ਦਰਵਾਜ਼ੇ 24 ਘੰਟੇ ਖੁੱਲ੍ਹੇ ਆ, ਮੈਂ ਰਾਬਤੇ ਦੇ ਵਿੱਚ ਆ। ਉਹਨਾਂ ਦੇ ਦੋਸਤ ਸਾਥੀ ਮੈਨੂੰ ਫੋਨ ਕਰਦੇ ਆ, ਮੈਂ ਤੁਹਾਨੂੰ ਕਿਹਾ ਹੀ ਨਹੀਂ ਵੀ ਮੇਰੇ ਦਰਵਾਜ਼ੇ ਬੰਦ ਆ। ਮੈਂ ਤੁਹਾਨੂੰ ਕਹਿੰਦਾ ਦੇ ਆਲ ਆਰ ਮੋਸਟ ਵੈਲਕਮ, ਜਿਨ੍ਹਾਂ ਨੇ ਦੇਸ਼ ਅੰਦਰ ਲੋਕਤੰਤਰਕ ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨ ਦੇ ਵਿੱਚ 750 ਤੋਂ ਵੱਧ ਹੂਤੀਆਂ ਦੇ ਦਿੱਤੀਆਂ। ਮੈਂ ਕਦੋਂ ਕਿਹਾ ਕਿ ਉਹਨਾਂ ਲਈ ਦਰਵਾਜ਼ੇ ਬੰਦ ਆ। ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਏ ਬੇਅਦਬੀ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਕਹੀਆਂ। ਬੇਅਦਬੀ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਲੈ ਕੇ ਕਈ ਗੱਲਾਂ ਕਹਿੰਦੇ ਨਜ਼ਰ ਆਏ ਤੇ ਕੀ ਕੁਝ ਕਹਿੰਦੇ ਉਹ ਨਜ਼ਰ ਆਏ, ਵਿਖਾਉਂਦੇ ਆ। ਜੋ ਬੇਅਦਬੀਆਂ ਹੋਈਆਂ ਪੰਜਾਬ ਵਿੱਚ, ਦਰਬਾਰ ਸਾਹਿਬ ਹੋਈ ਹੈ, ਉਹਦੇ ਰੋਸ ਵਿੱਚ ਸਿੱਖ ਸੰਗਤ ਦਾ ਇਕੱਠ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ। ਮੈਂ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਤੋਂ, ਕਿੰਨੇ ਦਿਨ ਹੋ ਗਏ? 48 ਘੰਟੇ ਕਿਹਾ, ਉਹਦੇ ਬਾਅਦ ਇੱਕ ਛੋਟੀ ਡੀਐਸਪੀ ਦੀ ਕਮੇਟੀ ਬਣਾਤੀ, ਇੱਕ ਵਾਰ ਵੀ ਐਸਜੀਪੀਸੀ ਕੋਲੇ ਨਹੀਂ ਆਏ ਪਤਾ ਕਰਨ ਵਾਸਤੇ, ਇੱਕ ਰਿਕਾਰਡ ਵੀ ਪੁੱਛਣ ਨਹੀਂ ਆਏ ਪਤਾ ਕਰਨ ਵਾਸਤੇ ਕਿ ਕੀ ਹੋਇਆ ਇੱਥੇ। ਆਹ ਤਾਂ ਇਹਨਾਂ ਦੀ ਸੋਚ ਹੈ। ਪਿਛਲੇ 5 ਸਾਲਾਂ ਜਿੰਨੀਆਂ ਬੇਅਦਬੀਆਂ ਹੋਈਆਂ ਉਹ ਤੋਂ ਪਹਿਲੇ ਹੋਈਆਂ, ਕਾਂਗਰਸ ਨੇ ਸਾਜ਼ਿਸ਼ ਖੇਡੀ, ਦੁਸ਼ਮਣਾਂ ਨੂੰ, ਦੋਸ਼ੀਆਂ ਨੂੰ ਫੜਨ ਦੀ ਬਜਾਏ ਪੋਲਿਟਿਕਸ ਖੇਡਿਆ। ਹੁਣ ਤਾਂ ਐਂ ਲੱਗਦਾ ਹੈ ਕਿ ਬੜੀ ਗਿਣੀ ਮਿਨੀ ਸਾਜ਼ਿਸ਼ ਨਾਲ ਆਹ ਸਾਰਾ ਕੀਤਾ ਜਾ ਰਿਹਾ ਹੈ ਤੇ ਸਰਕਾਰ ਉਹਨੂੰ ਕਵਰ ਅਪ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਸਰਬੱਤ ਦੇ ਭਲੇ ਦੀ ਗੱਲ ਕਰਦਾ ਰਿਹਾ ਹੈ ਔਰ ਜਿਸ ਨਾਲ ਵੀ ਕੋਈ ਬੇਇਨਸਾਫੀ ਹੋਊਗੀ, ਕਿਸੇ ਵੀ ਧਰਮ ਨਾ ਹੋਊਗੀ, ਸ਼੍ਰੋਮਣੀ ਅਕਾਲੀ ਦਲ ਖੜਾ ਰਹੇਗਾ। ਮੈਂ ਚੰਨੀ ਸੀਐਮ ਨੂੰ ਪੁੱਛਣਾ ਚਾਹੁੰਦਾ, ਚੰਨੀ ਚੀਫ ਮਿਨਿਸਟਰ ਨੇ ਆਪਣੇ ਕਰੋੜਾਂ ਰੁਪਏ ਲਿਆ ਕੇ ਇਸ਼ਤਿਹਾਰ ਲਾਤੇ ਕਿ 36,000 ਨੌਕਰੀਆਂ ਪੱਕੀਆਂ ਹੋ ਗਈਆਂ ਤੇ ਹੁਣ ਕਹਿੰਦਾ ਕਿ ਹਲੇ ਗਵਰਨਰ ਦੇ ਸਾਈਨ ਨਹੀਂ ਹੋਏ, ਤੇ ਝੂਠ ਕਿਉਂ ਬੋਲਿਆ? ਚੰਨੀ ਸੀਐਮ ਨੇ ਪੂਰੇ ਇਸ਼ਤਿਹਾਰ ਲਾਤੇ ਕਰੋੜਾਂ ਰੁਪਏ ਕਿ 5 ਰੁਪਏ ਰੇਤਾ ਤੇ 5 ਰੁਪਏ ਰੇਤਾ ਤੇ 40 ਰੁਪਏ ਰੇਤਾ ਮਿਲ ਜਾਂਦਾ ਹੈ। ਆ ਸਾਰਾ ਕਰੋੜਾਂ ਰੁਪਏ ਝੂਠ ਬੋਲ ਕੇ ਆਪਣੀਆਂ ਬੋਰਡ ਲਾਈ ਜਾ ਰਹੇ ਹੈ। ਸੱਚਾਈ ਸਾਹਮਣੇ ਆ ਰਹੀ ਹੈ। ਹੁਣ ਉਹਨੂੰ ਜਵਾਬ ਪੁੱਛਣਾ, ਜਵਾਬ ਦੇ ਪੰਜਾਬ ਦੀ ਸੰਗਤ ਨੂੰ ਕਿ ਉਹਨੇ ਬੋਰਡ ਕਿਉਂ ਲਾਏ।
ਅੱਗੇ ਗੱਲ ਕਰਾਂਗੇ ਭਾਰਤ ਦੀ ਰਾਜਧਾਨੀ ਦਿੱਲੀ ਦੀ ਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਕਰੋਨਾ ਨੂੰ ਲੈ ਕੇ ਕਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ ਹੈ। ਪ੍ਰੈਸ ਵਾਰਤਾ ਦੇ ਦੌਰਾਨ ਉਹ ਆਮ ਲੋਕਾਂ ਨੂੰ ਇਹ ਕਹਿੰਦੇ ਨਜ਼ਰ ਆਏ ਕਿ ਇਸ ਵਾਰ ਉਹਨਾਂ ਦੀ ਤਿਆਰੀ ਪਹਿਲਾਂ ਤੋਂ ਵੀ ਪੁਖਤਾ ਹੈਗੀ ਹੈ, ਪਹਿਲਾਂ ਤੋਂ ਵੀ ਪੱਕੀ ਹੈਗੀ ਹੈ। ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਹੈ, ਉਹਨਾਂ ਦਾ ਸਾਥ ਦੇਣ ਦੀ ਲੋੜ ਹੈਗੀ ਹੈ। ਨਾਲ ਦੀ ਨਾਲ ਇਹ ਵੀ ਕਹਿੰਦੇ ਨਜ਼ਰ ਆਏ ਕਿ ਭਾਵੇਂ ਕਰੋਨਾ ਦੇ ਕੇਸ ਵੱਧਦੇ ਹੋਏ ਦਿਖ ਰਹੇ ਨੇ, लेकिन आम लोग डरन ना इस चीज तो ते डट के मुकाबला करन। होर की कुछ किया आओ विखाने की बहुत बहुत शुभकामनाएं। प्रभु से प्रार्थना है कि नया साल आपके लिए खूब सारी खुशियां लेके आए, आपको स्वस्थ रखे, खुश रखे। दिल्ली में कोरोना बहुत तेजी से बढ़ रहा है। कोरोना के केसेस रोज छलांगे मार रहे हैं, लेकिन आज मैं आपके सामने डेटा लेके आया हूं ये दिखाने के लिए कि केसेस तो बढ़ रहे हैं, लेकिन चिंता की कोई बात नहीं है, पैनिक होने की कोई बात नहीं है। सबको जिम्मेदारी से काम लेना है, लेकिन पैनिक होने की कोई बात नहीं है। पहले हम देखते हैं कि कोरोना के केसेस किस तरह से बढ़ रहे हैं। 29 दिसंबर को 923 केस आए, 30 दिसंबर को 1313 केस, एकदम से छलांग लग गई। 31 दिसंबर को 1796 केस, 1 जनवरी को 2796, 1000 केस बढ़ गए एक दिन में डेली। मतलब पिछले दिन 1796 आए थे, अगले दिन 2796, और आज जो शाम को रिपोर्ट आएगी उसमें लगभग 3100 के केस आने की जरूरत है। तो डेली केसेस 2500-3000 हज़ार क्रॉस कर रहे हैं। तो इतनी तेजी से केसेस बढ़ रहे हैं। लगभग 2700 कल डेली केसेस थे, कल 2700 केस आए थे। जब 1 अप्रैल को 2700 के करीब जब केसेस आए थे डेली, उस टाइम ऑक्सीजन बेड्स 1700 ऑक्सीजन बेड्स ऑक्यूपाइड थे दिल्ली में, 1700। आज केवल 82 बेड्स ऑक्यूपाइड हैं। उस टाइम 231 पेशेंट वेंटिलेटर पे थे, आज केवल 5 पेशेंट वेंटिलेटर पे हैं। डेली उस टाइम 10 लोगों की डेथ हो रही थी, आज 1 या 0 पेशेंट्स की डेथ हो रही है। ये सारी चीज़ें मैंने आपको आज इसलिए बताई कि पैनिक करने की, चिंता करने की ज़रा सी भी ज़रूरत नहीं है। मीडिया से भी मेरा निवेदन है कि बिल्कुल भी हम पैनिक ना फैलाएं, बिल्कुल भी हम लोगों को चिंतित ना करें। जिम्मेदार रहना है, मास्क पहनना है, सोशल डिस्टेंसिंग करनी है, साबुन से हाथ धोने हैं। पैनिक नहीं करना, चिंता नहीं करनी। एक तो ये कोरोना बहुत ही माइल्ड है, बहुत ही माइल्ड है। दूसरा, आपकी सरकार पूरी तरह से तैयार है, आपके साथ खड़ी है। ਤੇ ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।